ਮੋਦੀ ਖਾਨਾ ਜਿਨ੍ਹਾਂ ਨੂੰ ਆਪਾਂ ਅੱਜ ਕੱਲ੍ਹ ਸਟੋਰ ਕੀਪਰ ਕਹਿ ਦਿੰਦੇ ਹਾਂ, ਦੌਲਤ ਖਾਨ ਲੋਧੀ ਦੇ ਕੋਲ ਕਾਫੀ ਸਮਾਂ ਗੁਰੂ ਸਾਹਿਬ ਜੀ ਨੇ ਮੋਦੀ ਖਾਨਾ ਚਲਾਇਆ ਹੈ। ਪਰ ਜਦੋਂ 3 ਵਾਰੀ ਹਿਸਾਬ ਹੋਇਆ ਹੈ, ਤਿੰਨੇ ਵਾਰੀ ਗੁਰੂ ਸਾਹਿਬ ਜੀ ਪੈਸੇ ਵੱਧ ਨਿਕਲੇ ਹਨ। ਸੋ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਮੋਦੀ ਖਾਨੇ ਨੂੰ ਨਾ ਕਰ ਦਿੱਤੀ ਹੈ। ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਅਸੀਂ ਜਿਸ ਕੰਮ ਵਾਸਤੇ ਆਏ ਹਾਂ ਅਸੀਂ ਉਹ ਕੰਮ ਕਰਨਾ ਹੈ। ਸੋ ਕਹਿਣ ਤੋਂ ਭਾਵ ਸੁਲਤਾਨਪੁਰ ਵਿਖੇ ਉਹ ਗੁਰਦੁਆਰਾ ਵੀ ਮੌਜੂਦ ਹੈ। ਇੱਥੇ ਗੁਰੂ ਸਾਹਿਬ ਜੀ ਨੇ ਬੇਰੀ ਦੀ ਦਾਤਨ ਕਰਕੇ ਦਾਤਨ ਜਿਹੜੀ ਕਰ ਦਿੱਤੀ ਹੈ, ਉਹਦਾ ਨਾਮ ਗੁਰਦੁਆਰਾ ਬੇਰ ਸਾਹਿਬ ਹੈ। ਸੋ ਗੁਰੂ ਸਾਹਿਬ ਜੀ ਜੋ ਵੇਈ ਨਦੀ ਹੈ ਉੱਥੇ ਗੁਰਦੁਆਰਾ ਸਾਹਿਬ ਸੰਗਤ ਜੀ ਇਸ ਵੇਲੇ ਬਹੁਤ ਵੱਡਾ ਸੰਤ ਘਾਟ ਗੁਰਦੁਆਰਾ ਬਣਿਆ ਹੋਇਆ ਹੈ ਤੇ ਗੁਰਦੁਆਰਾ ਇੱਕ ਓਂਕਾਰ ਸਾਹਿਬ ਬਣਿਆ ਹੋਇਆ ਹੈ। ਇਹ ਸਾਨੂੰ ਸਾਰਿਆਂ ਨੂੰ ਉੱਥੇ ਜਾ ਕੇ ਦਰਸ਼ਨ ਕਰਨੇ ਚਾਹੀਦੇ ਹਨ, ਖਾਸ ਕਰਕੇ ਆਪਣੇ ਬੱਚਿਆਂ ਨੂੰ ਇਹ ਦਰਸ਼ਨ ਕਰਵਾਉਣੇ ਚਾਹੀਦੇ ਹਨ। ਸੋ ਕਹਿਣ ਤੋਂ ਭਾਵ ਗੁਰੂ ਸਾਹਿਬ ਜੀ ਅੰਮ੍ਰਿਤ ਵੇਲੇ ਵੇਈ ਨਦੀ ਤੇ ਜਾ ਕੇ ਇਸ਼ਨਾਨ ਪਾਨ ਕਰਦੇ ਹਨ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਆਪਣੀ ਸੁਰਤ ਨੂੰ ਜੋੜ ਲੈਂਦੇ ਹਨ। ਇੱਕ ਵਾਰੀ ਸਾਰੀ ਸੰਗਤ ਗਾਦੀ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਿਉਂਕਿ ਇਸ ਦੇ ਨਾਲ ਸਤਨਾਮ ਵਾਹਿਗੁਰੂ ਕਹਿਣਾ ਆਪਣਾ ਮਨ ਜਿਹੜਾ ਨਾ ਇਕਾਗਰ ਹੋ ਜਾਂਦਾ। ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਜੀ ਅੰਮ੍ਰਿਤ ਵੇਲੇ ਉੱਠ ਕੇ ਕਹਿਣ ਤੋਂ ਭਾਵ ਇਸ਼ਨਾਨ ਪਾਨ ਕਰਕੇ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ ਕੇ ਬੈਠੇ ਹੋਏ ਹਨ ਬੜੇ ਪਿਆਰ ਦੇ ਨਾਲ। ਤੇ ਭਾਈ ਮਰਦਾਨਾ ਜੀ ਜਿੱਥੇ ਗੁਰੂ ਸਾਹਿਬ ਜੀ ਆਪਣੇ ਬਸਤਰ ਰੱਖਦੇ ਹਨ ਉੱਥੇ ਕੋਲ ਬੈਠੇ ਹੋਏ ਹਨ। ਇੱਕ ਦਿਨ ਪੂਰਾ ਲੰਘ ਗਿਆ ਹੈ, ਦੂਜਾ ਵੀ ਲੰਘ ਗਿਆ ਹੈ, ਤੀਸਰਾ ਦਿਨ ਵੀ ਲੰਘ ਗਿਆ ਹੈ। ਕਿਸੇ ਨੇ ਬੇਬੇ ਨਾਨਕੀ ਨੂੰ ਜਾ ਕੇ ਦੱਸਿਆ ਹੈ, ਦੌਲਤ ਖਾਨ ਲੋਧੀ ਨੂੰ ਪਤਾ ਲੱਗਿਆ, ਭਾਈਆ ਜੈ ਰਾਮ ਨੂੰ ਪਤਾ ਲੱਗਿਆ, ਸਾਰਾ ਪਰਿਵਾਰ ਆਇਆ ਲੱਭਣ ਵਾਸਤੇ। ਵੇਈ ਨਦੀ ਦੇ ਵਿੱਚੋਂ ਕਿਤੇ ਵੀ ਗੁਰੂ ਸਾਹਿਬ ਜੀ ਉਹਨਾਂ ਨੂੰ ਮਿਲੇ ਨਹੀਂ ਹਨ। ਕਹਿਣ ਤੋਂ ਕਿਸੇ ਨੇ ਪੁੱਛ ਕਿਹਾ ਹੈ ਕਿ ਲੋਧੀ ਖਾਨਾ ਮੋਦੀ ਖਾਨਾ ਲੁਟਾ ਕੇ ਤੇ ਕਿਤੇ ਗਾਇਬ ਹੋ ਗਏ ਹਨ। ਤੇ ਐਸੀ ਕੋਈ ਵੀ ਗੱਲ ਨਹੀਂ, ਕਿਉਂਕਿ ਗੁਰੂ ਸਾਹਿਬ ਜੀ ਤਿੰਨੇ ਵਾਰੀ ਪੈਸੇ ਵਧੇ ਸਨ, ਘਟੇ ਨਹੀਂ ਸਨ। ਕਹਿਣ ਤੋਂ ਭਾਵ ਤੀਸਰੇ ਦਿਨ ਗੁਰੂ ਸਾਹਿਬ ਜੀ ਪ੍ਰਗਟ ਹੋਏ ਹਨ ਵੇਈ ਨਦੀ ਵਿੱਚੋਂ। ਉੱਥੇ ਗੁਰਦੁਆਰਾ ਸੰਤ ਘਾਟ ਬਣਿਆ ਹੋਇਆ ਹੈ। ਤਾਂ ਜਦੋਂ ਸਾਰਿਆਂ ਨੇ ਬੇਨਤੀ ਕੀਤੀ ਹੈ ਕਿ ਆਪ ਜੀ ਕਿੱਥੇ ਗਏ ਸਨ, ਤਾਂ ਕਿਉਂਕਿ ਸਰਗੁਣ ਅਤੇ ਨਿਰਗੁਣ ਰੂਪ ਵਿੱਚ ਗੁਰੂ ਸਾਹਿਬ ਆਪ ਹੀ ਸਨ। ਆਪ ਹੀ ਜਿਵੇਂ ਪਹਿਲਾਂ ਆਪ ਜੀ ਨੇ ਦਰਸਾਇਆ ਹੈ, ਆਪ ਨਾਰਾਇਣ ਕਲਾ ਅਵਤਾਰ ਜਗ ਮੈਂ ਪ੍ਰਗਟਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਹ ਸਰਗੁਣ ਰੂਪ ਵਿੱਚ ਸਾਡੇ ਕੋਲ ਆਏ ਸਨ ਤੇ ਉਹ ਨਿਰਗੁਣ ਰੂਪ ਦੇ ਕੋਲ ਜਾ ਕੇ ਉਹਨਾਂ ਨੇ ਕੁਝ ਲੈ ਕੇ ਆਉਂਦਾ ਹੈ। ਲੈ ਕੇ ਕੀ ਆਉਂਦਾ ਹੈ? ਉੱਥੇ ਗੁਰਦੁਆਰਾ ਬਣਿਆ ਹੋਇਆ ਇੱਕ ਓਂਕਾਰ ਸਾਹਿਬ। ਤੇ ਗੁਰੂ ਸਾਹਿਬ ਜੀ ਨੇ ਸਾਰਿਆਂ ਸੰਗਤਾਂ ਨੂੰ ਸੁਣਾ ਕੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਸੋ ਗੁਰੂ ਸਾਹਿਬ ਜੀ ਨੇ ਇਹ ਜੋ ਮਹਾ ਮੰਤਰ ਹੈ ਇਹ ਅਕਾਲ ਪੁਰਖ ਵਾਹਿਗੁਰੂ ਕੋਲ ਲਿਆ ਕੇ ਸਾਨੂੰ ਸਾਰਿਆਂ ਨੂੰ ਸਾਡੇ ਨਾਲ ਪਰਉਪਕਾਰ ਕਰਨ ਵਾਸਤੇ ਗੁਰੂ ਸਾਹਿਬ ਜੀ ਦਿੱਤਾ ਹੈ। ਭਾਈ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਸਤਨਾਮ ਉਸਦਾ ਸੱਚਾ ਨਾਮ ਹੈ, ਨਿਰਭਉ ਹੈ, ਉਸਨੂੰ ਕਿਸੇ ਦਾ ਭੈ ਨਹੀਂ, ਕਿਸੇ ਦਾ ਡਰ ਨਹੀਂ, ਉਹ ਜੂਨਾ ਵਿੱਚ ਨਹੀਂ ਆਉਂਦਾ ਹੈ। ਮੇਰਾ ਕਹਿਣ ਤੋਂ ਭਾਵ ਗੁਰੂ ਸਾਹਿਬ ਜੀ ਨੇ ਪਰਉਪਕਾਰ ਕਰਨ ਵਾਸਤੇ ਫਿਰ ਆਸਤੇ ਆਸਤੇ ਗੁਰੂ ਸਾਹਿਬ ਜੀ ਉਦਾਸੀਆਂ ਧਾਰਨ ਸ਼ੁਰੂ ਕੀਤੀਆਂ ਨੇ। ਸੋ ਇੱਕ ਸ਼ਬਦ ਪੜ੍ਹ ਕੇ ਉਸ ਤੋਂ ਆਪਾਂ ਅੱਗੇ ਫਿਰ ਗੁਰੂ ਸਾਹਿਬ ਜੀ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਗਿਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਕਹਿਣ ਤੋਂ ਭਾਵ ਗੁਰੂ ਸਾਹਿਬ ਦੇ ਇਹ ਸਾਥੀ ਸਨ, ਇਹ ਨਾਲ ਹੀ ਰਹੇ ਹਨ। 50 ਸਾਲ 52 ਸਾਲ ਦੇ ਕਰੀਬ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਨੇ ਗੁਰੂ ਜੀ ਦੇ ਨਾਲ ਕੀਰਤਨ ਦੀ ਸੇਵਾ ਕੀਤੀ ਹੈ। ਕੀਰਤਨ ਦੀ ਸੇਵਾ ਕੀਤੀ ਹੈ ਪਰ ਮੰਗਿਆ ਕੁਝ ਨਹੀਂ ਹੈ। ਕਈ ਵਾਰੀ ਅਸੀਂ ਇਹ ਸਾਖੀਆਂ ਕਹਾਣੀਆਂ ਬਣਾਈਆਂ ਹੋਈਆਂ ਕਹਿ ਲਓ, ਜਾਂ ਗੁਰੂ ਸਾਹਿਬ ਦੇ ਆਪਣੇ ਕੌਤਕ ਸੀ ਭਾਈ ਮਰਦਾਨੇ ਦੀ ਕੋਈ ਸੇਵਾ ਲੈਣ ਵਾਸਤੇ। ਸੋ ਅੱਗੇ ਆਪਾਂ ਬਗਦਾਦ ਦੀ ਸਾਖੀ ਵਰਣਨ ਕਰਾਂਗੇ ਪਿਆਰ ਦੇ ਨਾਲ ਸਭ ਨੂੰ। ਆਓ ਗੁਰੂ ਨਾਨਕ ਸਾਹਿਬ ਜੀ ਦਾ ਆਪਣਾ ਉਚਾਰ ਕੀਤਾ ਹੋਇਆ ਸ਼ਬਦ ਹੈ, ਆਓ ਸਜਣਾ ਆਓ ਦੇਖਾ ਦਰਸ਼ਨ ਤੇਰਾ। ਆਓ ਸਜਣਾ ਆਓ ਸਜਣਾ
आवो सजना देखा दर्शन तेरा। सारे जपो। आवो सजना देखा दर्शन तेरा, देखा दर्शन तेरा। आवो सजना देखा दर्शन तेरा। ਸੋ ਸਾਧ ਸੰਗਤ ਜੀ, ਮੈਂ ਪਹਿਲਾਂ ਵੀ ਆਰੰਭ ਵਿੱਚ ਆਪ ਨੂੰ ਦਰਸਾਇਆ ਸੀ ਕਿ 6 ਗੁਰੂ ਸਾਹਿਬਾਨ ਜੀ ਦੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ। 15 ਭਗਤਾਂ ਅਤੇ 11 ਭੱਟਾਂ ਤੇ 3 ਗੁਰਸਿੱਖਾਂ ਦੀ, ਸੱਤੇ ਅਤੇ ਬਲਵੰਤ ਜੀ ਅਤੇ ਬਾਬਾ ਸੁੰਦਰ ਜੀ ਜੋ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੜਪੋਤਰੇ ਹੋਏ ਹਨ। ਸੋ ਕਹਿਣ ਤੋਂ ਭਾਵ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 973 ਸ਼ਬਦ ਹਨ ਅਤੇ 19 ਰਾਗਾਂ ਵਿੱਚ ਗੁਰੂ ਸਾਹਿਬ ਜੀ ਦੀ ਬਾਣੀ ਅੰਕਿਤ ਹੈ, ਸੁਸ਼ੋਭਿਤ ਹੈ। ਸੋ ਸਾਧ ਸੰਗਤ ਜੀ, ਸਭ ਤੋਂ ਪਹਿਲੀ ਬਾਣੀ ਜੋ ਗੁਰੂ ਸਾਹਿਬ ਦੀ ਹੈ ਇਹ ਜਪਜੀ ਸਾਹਿਬ ਹੈ, ਜਿਸ ਦਾ ਇਵੇਂ ਕਹਿ ਲਓ ਜਿਤਨੀ ਸਾਰੀ ਬਾਣੀ ਹੈ ਜਪਜੀ ਸਾਹਿਬ ਜੀ ਦੇ ਚਾਰ ਸਵੇਰੇ ਘੁੰਮਦੀ ਹੈ। ਉਸ ਤੋਂ ਬਾਅਦ ਗੁਰੂ ਸਾਹਿਬ ਜੋ ਵੱਡੀਆਂ ਬਾਣੀਆਂ ਹਨ, ਦੱਖਣੀ ਓਂਕਾਰ ਹੈ, ਸਿੱਧ ਗੋਸ਼ਟ ਹੈ ਅਤੇ ਹੋਰ ਬਹੁਤ ਸਾਰੀਆਂ ਬਾਣੀਆਂ ਹਨ ਗੁਰੂ ਸਾਹਿਬ ਜੀ ਦੀਆਂ।
ਕਹਿਣ ਤੋਂ ਭਾਵ ਇਹ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਐਡਾ ਵੱਡਾ ਸਾਡੇ ਤੇ ਪਰਉਪਕਾਰ ਕੀਤਾ ਹੈ। ਜਦੋਂ ਵੀ ਗੁਰੂ ਸਾਹਿਬ ਦੀ ਬਾਣੀ ਆਉਂਦੀ ਸੀ, ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਇਹ ਬਾਣੀ ਮੇਰੀ ਹੈ। ਗੁਰੂ ਸਾਹਿਬ ਜੀ ਨੇ ਇਹ ਫਰਮਾਨ ਕੀਤਾ, ਇਹ ਬਾਣੀ ਅਕਾਲ ਪੁਰਖ ਵਾਹਿਗੁਰੂ ਦੀ ਹੈ, ਧੁਰੋਂ ਆਈ ਹੈ। ਧੁਰ ਕੀ ਬਾਣੀ ਆਈ ਤੈਨੂੰ ਸਗਲੀ ਚਿੰਤ ਮਿਟਾਈ। ਸੋ ਸਾਧ ਸੰਗਤ ਜੀ, ਬਾਕੀ ਬਾਣੀਆਂ ਬਹੁਤ ਹਨ, ਪਰ ਇਹ ਬਾਣੀ ਐਸੀ ਹੈ ਕਿ ਸਾਡੀਆਂ ਚਿੰਤਾਵਾਂ ਨੂੰ, ਝੋਰਿਆਂ ਨੂੰ, ਦੁੱਖਾਂ ਨੂੰ, ਕਲੇਸ਼ਾਂ ਨੂੰ ਖਤਮ ਕਰਦੀ ਹੈ। ਜਿਨ੍ਹਾਂ ਨੇ ਵੀ ਇਸ ਬਾਣੀ ਦਾ ਜਾਪ ਉਸ ਵੇਲੇ ਸਰਵਣ ਕੀਤਾ, ਭਾਵੇਂ ਕਿਸੇ ਕੋੜੀ ਨੇ ਬਾਣੀ ਦਾ ਜਾਪ ਕੀਤਾ, ਉਸ ਦਾ ਪਰਉਪਕਾਰ ਹੋਇਆ ਹੈ। ਕਹਿਣ ਤੋਂ ਭਾਵ ਗੁਰੂ ਸਾਹਿਬ ਜੀ ਸੁਲਤਾਨਪੁਰ ਨੂੰ ਛੱਡ ਕੇ ਆਸਤੇ ਆਸਤੇ ਫਿਰ ਬਗਦਾਦ ਜਾਂਦੇ ਹਨ, ਕਿਉਂਕਿ ਉਹ ਆਏ ਸੀ ਸਾਰਿਆਂ ਨੂੰ ਤਾਰਨ ਵਾਸਤੇ। ਤੇ ਗੁਰੂ ਸਾਹਿਬ ਨੂੰ ਸਭ ਕੁਝ ਪਤਾ ਸੀ ਕਿ ਕਿੱਥੇ ਕਿੱਥੇ ਜੋਗੀ ਬੈਠੇ ਹੋਏ ਹਨ ਜਾਂ ਕਿੱਥੇ ਕਿੱਥੇ ਬਹੁਤ ਵੱਡੀਆਂ ਪ੍ਰੈਤਾਂ ਹੋ ਰਹੀਆਂ ਹਨ। ਵੱਡੇ ਵੱਡੇ ਮੰਦਰ ਸਨ ਜਾਂ ਮਸੀਤਾਂ ਸਨ, ਜਿੱਥੇ ਲੋਕ ਜ਼ਿਆਦਾ ਜੁੜਦੇ ਸਨ, ਉੱਥੇ ਗੁਰੂ ਸਾਹਿਬ ਜਾਂਦੇ ਹਨ, ਕਿਉਂਕਿ ਉਹ ਲੋਕਾਂ ਨੂੰ ਪਤਾ ਲੱਗੇਗਾ ਪਰ ਗੁਰੂ ਸਾਹਿਬ ਜੀ ਕਹਿਣਾ ਕੀ ਚਾਹੁੰਦੇ ਹਨ। ਗੁਰੂ ਸਾਹਿਬ ਜੀ ਗਏ ਹਨ ਬਗਦਾਦ ਦੇ ਅੰਦਰ, ਜਿਸ ਤਰ੍ਹਾਂ ਕਿ ਭਾਈ ਗੁਰਦਾਸ ਜੀ ਨੇ ਫਰਮਾਨ ਕੀਤਾ, ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਲਵਾਰੀ, ਆਸਾ ਹੱਥ ਕਿਤਾਬ ਕਛ, ਪੂਜਾ ਬਾਂਗ ਮੁਸੱਲਾ ਧਾਰੀ, ਜਾਏ ਬੈਠਾ ਮਸੀਤ ਵਿੱਚ, ਜਿੱਥੇ ਹਾਜੀ ਹਜ ਗੁਜ਼ਾਰੀ। ਜਾਂ ਬਾਬਾ ਸੁੱਤਾ ਰਾਤ ਨੂੰ, ਵੱਲ ਮਹਿਰਾਬੇ ਪਾਣੀ ਬਸਾਰੀ, ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਖਵਾਰੀ, ਲੱਤਾਂ ਵੱਲ ਖੁਦਾਈ ਦੇ, ਕਿਉਂ ਕਰ ਪਿਆ ਹੋਏ ਬਜਗਾਰੀ, ਟੰਗੋਂ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ, ਹੋਏ ਹੈਰਾਨ ਕਰੇਨ ਜੁਹਾਰੀ। ਕਹਿਣ ਤੋਂ ਭਾਵ ਗੁਰੂ ਸਾਹਿਬ ਜੀ ਜਦੋਂ ਮੱਕੇ ਨੂੰ ਗਏ ਹਨ, ਮਹਿਰਾਬੇ ਗਏ ਹਨ, ਤਾਂ ਗੁਰੂ ਸਾਹਿਬ ਜੀ ਜਿਸ ਪਾਸੇ ਪੈਰ ਸਨ, ਗੁਰੂ ਸਾਹਿਬ ਜੀ ਆਰਾਮ ਕਰਕੇ ਪੈ ਗਏ। ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਉਣਾ ਸੀ, ਕੋਈ ਨਾ ਕੌਤਕ ਰਚਾਉਣਾ ਸੀ, ਇਹ ਉਹਨਾਂ ਦਾ ਆਪਣਾ ਕੌਤਕ ਸੀ। ਜਦੋਂ ਅੰਮ੍ਰਿਤ ਵੇਲੇ ਕਾਜੀ ਆਇਆ ਜੀਵਨ, ਉਸਨੇ ਦੇਖਿਆ ਕਿ ਇਹ ਤੇ ਮੱਕੇ ਵੱਲ, ਕਾਬੇ ਵੱਲ ਕੋਈ ਪੈਰ ਕਰਕੇ ਪਿਆ ਹੈ, ਇਹ ਕੋਈ ਕੁਫਰ ਹੈ। ਤੇ ਕਹਿਣ ਤੋਂ ਭਾਵ ਇਸ ਨੂੰ ਪਤਾ ਹੀ ਨਹੀਂ ਹੈ ਕਿਸ ਪਾਸੇ ਪੈਰ ਨਹੀਂ ਕਰਨੇ। ਗੁਰੂ ਸਾਹਿਬ ਜੀ ਨੂੰ ਉਸਦੇ ਪੈਰ ਦੇ ਨਾਲ ਚੁੰਮ ਕੇ ਉਠਾਇਆ ਹੈ ਤੇ ਕਹਿਣ ਲੱਗੇ, ਤੈਨੂੰ ਪਤਾ ਨਹੀਂ ਕਿ ਇਸ ਪਾਸੇ ਪੈਰ ਨਹੀਂ ਕਰਨੇ। ਗੁਰੂ ਸਾਹਿਬ ਜੀ ਕਹਿੰਦੇ, ਅਸੀਂ ਥੱਕੇ ਟੁੱਟੇ ਹੋਏ ਸੀ ਭਾਈ, ਆ ਕੇ ਪੈ ਗਏ ਹਾਂ, ਪਰ ਸਾਨੂੰ ਪਤਾ ਨਹੀਂ ਕਿਸ ਪਾਸੇ ਪੈਰ ਕਰਨੇ ਹਨ। ਜਿਸ ਪਾਸੇ ਤੂੰ ਪੈਰ ਕਰਨੇ ਨੇ ਚੁੱਕ ਕੇ ਉਸ ਪਾਸੇ ਕਰ ਦੇ। ਕਹਿਣ ਤੋਂ ਭਾਵ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਸ ਪਾਸੇ ਉਹ ਗੁਰੂ ਸਾਹਿਬ ਜੀ ਪੈਰ ਕਰਦਾ ਹੈ, ਚੁੱਕ ਕੇ ਉਸੇ ਪਾਸੇ ਮੱਕਾ ਜਿਹੜਾ ਘੁੰਮੀ ਜਾਂਦਾ ਹੈ। ਕਹਿਣ ਤੋਂ ਭਾਵ ਜਦੋਂ ਇਹ ਸਾਰਾ ਕੌਤਕ ਦੇਖਿਆ ਹੈ ਤੇ ਉਹਨਾਂ ਨੇ ਕਿਹਾ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਕਹਿਣ ਤੋਂ ਭਾਵ ਸਾਰਿਆਂ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ 'ਚ ਇਹ ਵੀ ਲਿਖਿਆ ਹੈ, ਧਰੀ ਨਿਸ਼ਾਨੀ ਕੌਂਸ ਦੀ, ਮੱਕੀ ਅੰਦਰ ਪੂਜ ਕਰਾਈ। ਗੁਰੂ ਸਾਹਿਬ ਜੀ ਜਿਹੜੀ ਕੌਂਸ ਹੈ ਸਾਡੀ ਹੁਣ ਪਤਾ ਨਹੀਂ ਹੋਵੇਗੀ ਕਿ ਨਹੀਂ ਹੋਵੇਗੀ, ਪਰ ਉੱਥੇ ਗੁਰੂ ਸਾਹਿਬ ਜੀ ਖਰਾਮ ਰੱਖ ਕੇ ਉਹਨਾਂ ਨੇ ਗੁਰੂ ਸਾਹਿਬ ਨੂੰ ਪੀਰ ਮੰਨਿਆ ਆਪਣਾ, ਕਿ ਇਸ ਤੋਂ ਵੱਡਾ ਹੋਰ ਕੋਈ ਪੀਰ ਨਹੀਂ ਹੈ। ਕਹਿਣ ਤੋਂ ਭਾਵ ਗੁਰੂ ਸਾਹਿਬ ਜੀ ਦਾ ਬਹੁਤ ਹੀ ਸਤਿਕਾਰ ਕੀਤਾ ਹੈ। ਸਾਧ ਸੰਗਤ ਜੀ ਇੱਕ ਸ਼ਬਦ ਹੁਣ ਪੜ੍ਹ ਕੇ ਉਸ ਤੋਂ ਬਾਅਦ ਫਿਰ ਜੋ ਬਹਿਲੋਲ ਸ਼ਾਹ ਦੇ ਨਾਲ, ਜੋ ਉੱਥੋਂ ਦਾ ਪੀਰ ਸੀ ਬਗਦਾਦ ਦਾ, ਉਸ ਦੇ ਨਾਲ ਗੁਰੂ ਸਾਹਿਬ ਦੀ ਵਾਰਤਾਲਾਪ ਹੋਈ ਹੈ। ਉਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਵਾਲੇ ਪਾਸੇ ਚੱਲਾਂਗੇ। ਤਨ ਤਨ ਸੁਜਨਨੀ ਤਨ ਤਨ ਸੁਜਨਨੀ ਗੁਰੂ ਜਨਿਆ ਤਨ ਤਨ ਸੁਜਨਨੀ ਗੁਰੂ ਜਨਿਆ ਤਨ ਤਨ ਪਿਤਾ ਧਨ 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 ਪਿਤਾ ਧਨ ਧਨ
के सतनाम श्री वाहिगुरू। सो साध संगत जी, साहिब श्री गुरु नानक देव महाराज जी ने जो मक्के गए हैं, मक्के के बुलाणिया ने सारिया ने ही गुरु साहब जी का बहुत ही सत्कार किया है, प्यार किया है। तो उत्थों का जो बहलोल शाह से राजा कह लो या उत्थों का पीर पैगंबर से वड्डा, जो गुरु साहब जी ने लख पताला पताल लख आगासा आगाज की यह गल की है, क्योंकि जो इस्लाम धर्म है ये 7 आकाश और 7 पताल बनता है। गुरु साहब ने जो लखा की गल की है तो इसके कोल शिकायत की गई, गुरु साहब जी ने बुलाया गया, गुरु साहब जी उत्थे गए हैं। गुरु साहब जी पहला बहुत ही डरावा दिता गया कि तुसी जो इस्लाम धर्म है तुसी इसके विरुद्ध बोलिया है। गुरु साहब जी कहते नहीं, क्योंकि जपजी साहब विच होर सारिया बाणियां विच गुरु साहब जी ने बहुत ही इस गल की मोहर लाई है, धरती होर परे होर सृष्टि भाग तलै कबड़ जोर। हुण भी अपने साइंसदान विग्यानी ये हुण इस चीज़ को लभ रहे हैं कि धरतियां का कोई अंत नहीं है, धरतियां बहुत हैं, अगे तो अगे खोज चल रही है। पर गुरु साहब जी ने तकरीबन 550 साल पहला ही ये सारिया गल्लां दस दित्तियां सन, जिन्हां चीज़ों को असीं हुण लभ रहे हैं। जदों ये गल की है बहलोल शाह ने, गुरु साहब जी ने कहा कि साडा इत्थे जो शरह का कानून चलता है, जां तां तुसीं साडे 3 गल्लां दा जवाब दिओ, जेकर तुसीं जवाब नहीं दे सके तो तुहानूं जो बहुत भारी सज़ा है संगे असवर की वो दी जाएगी। उस उन्हां दी सज़ा की है साथ ही तुसीं भी जो अफगानिस्तान जिस तरह तालिबाना का हुण उत्थों का कब्जा हो गया है, जदों किसी नूं सज़ा दिंदे हैं तो अद्धा बंदे नूं कढ के पत्थर मार के वो बंदे नूं मार दिंदे हैं, इस तरह वो सज़ा दिंदे हैं। गुरु साहब जी इस सज़ा का उन्होंने डरावा दिता। गुरु साहब जी कहन लगे असीं तुहाडे जवाब देण वास्ते तैयार हाँ, पर तुहाडी सज़ा नूं दंड वास्ते असीं इत्थे नहीं आए, सानूं सारी गल दा पता होण करके भी असीं तुहाडे कोल इत्थे आए हाँ तुहानूं सीधे राह पाउण वास्ते। सो साध संगत जी एक बार सारे प्यार नाल आखो सतनाम श्री वाहिगुरू। सो बहलोल शाह ने सवाल किया है कि अकाल पुरख वाहिगुरू तो खुदा तो पहला की सी, इसका तुसीं सानूं जवाब दिओ। तो गुरु साहब जी कहन लगे कि भाई सानूं जे इसका जवाब चाहिए है और साडा अपना तरीका है, अपना मनोरथ है, जिस तरह असीं जवाब देना चाहते हैं, पर सानूं मोती चाहिए हैं। सो उसने सोचा भी यह कोई पीर जिहड़ा हिंद का पीर आया हो सकता कोई लालच होएगा इसके मन के विच। सो बहुत सारे मोती मंगाए गए हैं। तो गुरु साहब जी कहन लगे भाई इन्हां दी गिनती कर, इन्हां दी गिनती की है। कहने तो भाव वो कहना 1 2 3 4। गुरु साहब जी कहते गिनती सही करो, गिनती तुसीं गलत कर रहे हो। वो कहना महाराज मैं गिनती ठीक कर रहा हाँ, क्योंकि उसने सवाल किया सी खुदा तो पहला की सी, क्योंकि पहला भी अकाल पुरख वाहिगुरू खुदा आप ही सी। कहने तो भाव फिर उन्हें 1 2 तो गिनती शुरू की। गुरु साहब जी फिर समझाया उसने भाई उस तो पहला केवल खुदा ही सी, उस तो पहला गिनती है ही नहीं सी। उस तो पहला सी अरबद नरबद धुंधू कारा कह 36 जुग गुबार सा कीना बाणी लफ्ज आए हैं। महाराज ने फरमान किया कि बहुत लंबा समा ये धरती इस तरह रही है, धुंध रही है। फिर एक कबाब है ते सब हुआ। दूक मात्र में गल्लां करी जा रहे हैं, कहने तो आपने दसन वास्ते। उस बाद दूजा सवाल सी हो रहा कि जे खुदा है तो रहिंदा कित्थे है। बहुत बड़ा उसका सवाल सी जे रब है खुदा तो रहिंदा कित्थे है। गुरु साहब जी कहते ये भी साडा अपना तरीका है, सानू दुध चाहिए है। उन्हें दुध मंगाया है, कहने तो भाव लिया के पेश कर दिता है। उसने बहलोल शाह ने सोचा कि हो सकता है कई दिन के भुखे होंगे, इन्हें दुध पीने वास्ते नहीं मिले तो मंगाया है। सो गुरु साहब जी कह गए साडा अपना तरीका है। सो गुरु साहब जी कहना महाराज दुध तुम छक लो, तुम देखी जा रहे हो। कहते भी दुध के कुछ है। कहता है, कहते जी इसके कुछ नहीं है। फिर उसने सोचा कि नौकर चाकरां ने पूछा, कहते महाराज जी कोई भी मिलावट नहीं की गई, दुध बिल्कुल स्वच्छ है, शुद्ध है, सुचा है।
ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਫਿਰ ਵੀ ਦੋ ਤਿੰਨ ਵਾਰੀ ਕਿਹਾ ਵੀ ਇਸ ਦੇ ਵਿੱਚ ਕੁਛ ਹੈ। ਬਹਿਲੋਲ ਸ਼ਾਹ ਕਹਿੰਦਾ ਵੀ ਤੁਸੀਂ ਸਾਨੂੰ ਟਾਲ ਮਟੋਲ ਨਾ ਕਰੋ, ਜੋ ਸਹੀ ਗੱਲ ਹੈ ਉਹ ਦੱਸੋ। ਗੁਰੂ ਸਾਹਿਬ ਜੀ ਇਹ ਕਹਿੰਦੇ ਨੇ, ਕਿਉਂਕਿ ਉਹਦਾ ਸਵਾਲ ਇਹ ਸੀ ਕਿ ਖੁਦਾ ਜਿਹੜਾ ਹੈ ਉਹ ਕਿੱਥੇ ਰਹਿੰਦਾ ਹੈ ਤੇ ਦਿਸਦਾ ਕਿਉਂ ਨਹੀਂ ਹੈ। ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਇਸ ਦੇ ਦੁੱਧ ਦੇ ਵਿੱਚ, ਇਸ ਦੇ ਵਿੱਚ ਘਿਓ ਹੈ ਕਿ ਨਹੀਂ ਹੈਗਾ। ਕਹਿੰਦਾ ਹਾਂਜੀ ਘਿਓ ਤਾਂ ਹੈਗਾ, ਮੱਖਣ ਹੈ ਕਿ ਨਹੀਂ ਹੈ, ਪਰ ਦਿਸਦਾ ਹੈ। ਕਹਿੰਦੇ ਨਹੀਂ ਜੀ ਦਿਸਦਾ ਨਹੀਂ ਹੈ। ਜਿਸ ਤਰ੍ਹਾਂ ਫੁੱਲਾਂ ਦੇ ਵਿੱਚ ਮਹਿਕ ਹੈ, ਸੁਗੰਧੀ ਹੈ, ਦਿਸਦੀ ਆਪਾਂ ਨੂੰ। ਕਹਿੰਦਾ ਜੀ ਨਹੀਂ ਦਿਸਦੀ ਹੈ। ਕਹਿਣ ਤੋਂ ਭਾਵ ਦੋ ਸਵਾਲ ਉਸਦੇ ਹੱਲ ਹੋ ਗਏ ਹਨ। ਫਿਰ ਕਹਿੰਦਾ ਬਾਰੇ ਤੀਜਾ ਸਵਾਲ ਸਾਡਾ ਇਹ ਖੁਦਾ ਕਰਦਾ ਕੀ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਬਹਿਲੋਲ ਸ਼ਾਹ ਨੂੰ, ਗੁਰੂ ਕਰਦਾ ਕੀ ਹੈ, ਖੁਦਾ ਕਰਦਾ ਕੀ ਹੈ, ਇਹ ਵੀ ਸਾਡਾ ਆਪਣਾ ਤਰੀਕਾ ਹੈ ਉੱਤਰ ਦੇਣ ਦਾ। ਹਾਂਜੀ ਤੇ ਤੁਸੀਂ ਇਦਾਂ ਕਰੋ, ਜਿੱਥੇ ਤੁਸੀਂ ਉੱਪਰ ਆਪਣੀ ਕੁਰਸੀ ਤੇ ਬੈਠੇ ਹੋਏ ਹੋ, ਤਖਤ ਤੇ ਬੈਠੇ ਹੋ, ਉੱਥੇ ਅਸੀਂ ਬੈਠਾਂਗੇ ਤੇ ਤੂੰ ਥੱਲੇ ਆ ਕੇ ਖੜਾ ਹੋ ਜਾ। ਕਹਿਣ ਲੱਗਾ ਜੀ ਸਵਾਲ ਦਾ ਉੱਤਰ ਮਿਲ ਜਾਂਦਾ ਹੈ, ਇਹ ਤਾਂ ਬਹੁਤ ਹੀ ਸਸਤੀ ਗੱਲ ਹੈ। ਸੋ ਗੁਰੂ ਸਾਹਿਬ ਜੀ ਸਿੰਘਾਸਨ ਤੇ ਬੈਠ ਜਾਂਦੇ ਹਨ ਤੇ ਆਪ ਉਹ ਥੱਲੇ ਆ ਜਾਂਦਾ ਹੈ। ਕਹਿਣ ਤੋਂ ਭਾਵ ਤੇ ਗੁਰੂ ਸਾਹਿਬ ਜੀ ਸਮਾਧੀ ਲੈ ਕੇ ਆਰਾਮ ਨਾਲ ਬੈਠ ਜਾਂਦੇ ਨੇ। ਬਹਿਲੋਲ ਸ਼ਾਹ ਕਹਿੰਦਾ ਮਹਾਰਾਜ ਮੇਰੇ ਸਵਾਲ ਦਾ ਉੱਤਰ ਦਿਓ ਤੁਸੀਂ। ਤੇ ਗੁਰੂ ਸਾਹਿਬ ਕਹਿੰਦੇ ਹਰੀ ਵੀ ਤੈਨੂੰ ਸਮਝ ਨਹੀਂ ਆਈ ਤੈਨੂੰ। ਕਹਿੰਦਾ ਮਹਾਰਾਜ ਮੈਨੂੰ ਕੋਈ ਸਮਝ ਨਹੀਂ ਆਈ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਵਾ ਜਿਹੜੀ ਇਕਾਗਰਤਾ ਥੋੜ੍ਹਾ ਜਿਹਾ ਫਰਕ ਪੈਂਦਾ ਨਾ, ਫਿਰ ਸਾਖੀ ਸੁਣਾਉਣ ਦਾ ਆਨੰਦ ਨਹੀਂ ਆਉਂਦਾ। ਚਲੋ ਗੁਰੂ ਸਾਹਿਬ ਜੀ ਫਿਰ ਕਿਹਾ ਤੈਨੂੰ ਸਮਝ ਨਹੀਂ ਆਈ। ਕਹਿੰਦਾ ਜੀ ਮੈਨੂੰ ਸਮਝ ਨਹੀਂ ਆਈ। ਕਹਿੰਦੇ ਨੇ ਖੁਦਾ ਇਹੀ ਕਰਦਾ, ਨੀਚ ਹੋ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਜਰੈ। ਜਿਹੜਾ ਉੱਚੇ ਹੁੰਦੇ ਉਹਨਾਂ ਨੂੰ ਥੱਲੇ ਕਰ ਦਿੰਦਾ ਤੇ ਜਿਹੜੇ ਥੱਲੇ ਹੁੰਦੇ ਉਹਨਾਂ ਉੱਪਰ ਕਰ ਦਿੰਦਾ ਉਹਨਾਂ ਨੂੰ। ਇਸ ਕਰਕੇ ਜਿਵੇਂ ਤੂੰ ਥੱਲੇ ਆ ਗਿਆ ਤੇ ਅਕਾਲ ਪੁਰਖ ਵਾਹਿਗੁਰੂ ਕੀ ਕਰਦਾ, ਉਹ ਬੰਦਗੀ ਕਰਦਾ ਰਹਿੰਦਾ ਹੈ। ਉਹ ਸਾਰਿਆਂ 'ਚ ਸਮਾਇਆ ਹੋਇਆ ਹੈ, ਜਦੇ ਜਦੇ ਵਿੱਚ ਰਮਿਆ ਹੋਇਆ ਹੈ। ਸੋ ਮੇਰਾ ਕਹਿਣ ਤੋਂ ਭਾਵ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਸਮਝਾਉਣ ਵਾਸਤੇ ਆਏ ਹਨ, ਜਾਂ ਗੁਰੂ ਸਾਹਿਬ ਨੇ ਸਾਨੂੰ ਚਾਰ ਉਦਾਸੀਆਂ ਕਰਕੇ ਆਪਣਾ ਪਰਿਵਾਰ ਛੱਡ ਕੇ ਜੋ ਕੁਝ ਸਾਨੂੰ ਉਹਨਾਂ ਨੇ ਦਿੱਤਾ ਹੈ, ਉਹ ਹੋਰ ਕੋਈ ਵੀ ਗੀਤ ਗਤੰਬਰ ਉਹਨਾਂ ਸਾਰਿਆਂ ਨੇ ਆਪੋ ਆਪਣੇ ਨਾਲ ਜੋੜਿਆ ਹੈ। ਦਸਵੇਂ ਗ੍ਰੰਥ ਵਿੱਚ ਆਉਂਦਾ, ਜਿਨ ਜਿਨ ਤਨਕ ਸਿੱਧ ਕੋ ਪਾਇਓ, ਤਿਨ ਤਿਨ ਆਪਣਾ ਪੰਥ ਚਲਾਇਓ। ਜਿਸੇ ਕੋਲ ਜਿੱਤੀ ਜਿੱਤੀ ਸ਼ਕਤੀ ਸੀ ਉਸਨੇ ਵਰਤੀ ਹੈ, ਪਰ ਗੁਰੂ ਸਾਹਿਬ ਜੀ ਨੇ ਕੋਈ ਵੀ ਇੱਦਾਂ ਦੀ ਕੋਈ ਸ਼ਕਤੀ ਨਹੀਂ ਵਰਤੀ ਹੈ। ਹਾਲੇ ਕਿ ਇਹ ਨਹੀਂ ਆਪਾਂ ਸ਼ੱਕ ਕਰ ਸਕਦੇ ਕਿ ਗੁਰੂ ਸਾਹਿਬ ਦੇ ਕੋਲ ਕੁਛ ਨਹੀਂ ਸੀ, ਉਹ ਤਾਂ ਆਪ ਮਾਲਕ ਸੀ, ਜੋ ਮਰਜ਼ੀ ਕਰ ਸਕਦਾ ਸੀ। ਕਹਿਣ ਤੋਂ ਭਾਵ ਸਾਨੂੰ ਉਹਨਾਂ ਨੇ ਪ੍ਰੈਕਟੀਕਲ ਕਰਕੇ ਦਿਖਾਇਆ ਹੈ। ਜੋ ਹਿੰਦੂਆਂ ਦੇ ਤੀਰਥਾਂ 'ਤੇ ਗਏ ਹਨ ਤਾਂ ਸਾਧ ਸੰਗਤ ਜੀ, ਮੈਂ ਟੂਕ ਮਾਤਰ ਕਿਉਂਕਿ ਮੈਨੂੰ ਪਤਾ ਸਮਾਪਤੀ ਦਾ ਸਮਾਂ ਹੋ ਚੁੱਕਾ ਹੈ। ਗੁਰੂ ਸਾਹਿਬ ਜੀ ਹਿੰਦੂਆਂ ਦੇ ਤੀਰਥਾਂ 'ਤੇ ਉਹਨਾਂ ਨੂੰ ਸਮਝਾਉਣ ਵਾਸਤੇ ਗਏ ਹਨ। ਤਾਂ ਠੀਕ ਹੈ, ਉੱਥੇ ਲੋਕ ਲੱਖਾਂ ਲੋਕ ਜਿਹੜੇ ਨੇ, ਕਹਿਣ ਤੋਂ ਭਾਵ ਕੁੰਭ ਦੇ ਮੇਲੇ 'ਤੇ ਉਹ ਸੂਰਜ ਦੇਵਤੇ ਨੂੰ ਪਾਣੀ ਦੇ ਰਹੇ ਹਨ। ਗੁਰੂ ਸਾਹਿਬ ਜੀ ਉਲਟੇ ਪਾਸੇ ਮੂੰਹ ਕਰਕੇ ਕਰਤਾਰਪੁਰ ਵਾਲੇ ਪਾਸੇ ਉਧਰ ਨੂੰ ਪਾਣੀ ਦੇਣ ਲੱਗੇ ਦੋਵੇਂ ਹੱਥਾਂ ਦੇ ਨਾਲ। ਕਿਸੇ ਨੇ ਲੋਕਾਂ ਨੇ ਵੇਖਿਆ ਵੀ ਇਹ ਕੋਈ ਮਸਤਾਨਾ ਹੈ, ਇਸ ਨੂੰ ਪਤਾ ਹੀ ਨਹੀਂ ਹੈ ਕਿ ਪਾਣੀ ਤਾਂ ਸੂਰਜ ਨੂੰ ਦੇਣਾ ਹੈ। ਤਾਂ ਗੁਰੂ ਸਾਹਿਬ ਦੇ ਕੋਲ ਆ ਕੇ ਕਹਿਣ ਲੱਗੇ ਮਹਾਰਾਜ ਪਾਣੀ ਤਾਂ ਦੇਣਾ ਹੈ ਸੂਰਜ ਨੂੰ, ਤੁਸੀਂ ਕਿੱਧਰ ਪਾਣੀ ਦੇ ਰਹੇ ਹੋ। ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਸਾਡੀ ਇੱਥੋਂ ਖੇਤੀ ਹੈ, ਕਰਤਾਰਪੁਰ ਬੀਜੀ ਹੋਈ ਹੈ, ਅਸੀਂ ਆਪਣੀ ਖੇਤੀ ਨੂੰ ਪਾਣੀ ਦੇ ਰਹੇ ਹਾਂ। ਕਹਿਣ ਲੱਗੇ ਮਹਾਰਾਜ ਉੱਥੇ ਤੁਹਾਡਾ ਪਾਣੀ ਕਿਵੇਂ ਪਹੁੰਚੇਗਾ, ਕਿੰਨੀ ਕੁ ਦੂਰ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ 400-500 ਮੀਲ ਦੇ ਕਰੀਬ ਇੱਥੋਂ ਹੈ, ਜਿਸ ਕਰਕੇ ਅਸੀਂ ਆਪਣੀ ਕਰਤਾਰਪੁਰ ਖੇਤੀ ਨੂੰ ਪਾਣੀ ਦੇ ਰਹੇ ਹਾਂ। ਤਾਂ ਕਹਿਣ ਲੱਗੇ ਜੀ ਤੁਹਾਡਾ ਸੂਰਜ ਕਿੰਨੀ ਦੂਰ ਹੈ, ਇਹ ਉੱਥੇ ਲੱਖਾਂ ਮੀਲ ਦੂਰ ਹੈ। ਕਹਿੰਦੇ ਜੇਕਰ ਤੁਹਾਡਾ ਪਾਣੀ ਲੱਖਾਂ ਮੀਲ ਦੂਰ ਪਹੁੰਚ ਸਕਦਾ ਹੈ ਤੇ ਕਰਤਾਰਪੁਰ ਤਾਂ ਬਿਲਕੁਲ ਨੇੜੇ ਹੈ। ਕਹਿਣ ਤੋਂ ਬਾਅਦ ਲੋਕਾਂ ਨੂੰ ਪ੍ਰੈਕਟੀਕਲ ਕਰਕੇ ਗੁਰੂ ਸਾਹਿਬ ਨੇ ਦਿਖਾਇਆ ਕਿ ਭਾਈ ਇਹ ਮਨਮਤ ਹੈ, ਮਨਮਤ ਵਿੱਚੋਂ ਆਪਾਂ ਨੂੰ ਕੁਛ ਨਹੀਂ ਮਿਲਣਾ। ਜੇ ਮਿਲਣਾ ਹੈ ਤੇ ਸੱਚੇ ਮਾਰਗ ਚੱਲਦਿਆਂ ਪੁਸ਼ਤਤ ਕਰੇ ਜਹਾਨ। ਇਸ ਵਾਸਤੇ ਸਾਧ ਸੰਗਤ ਜੀ ਬੇਨਤੀ ਇਹੋ ਹੀ ਹੈ। ਕਹਿਣ ਤੋਂ ਬਾਅਦ ਜਿਤਨੀਆਂ ਆਪਾਂ ਗੱਲਾਂ ਕਰੀ ਜਾਵਾਂਗੇ, ਗੁਰੂ ਨਾਨਕ ਕੀ ਬਾਤ ਬਾਤ ਮੈਂ ਬਾਤ, ਜੋ ਕੇਲੇ ਕੇ ਪਾਤ ਪਾਤ ਮੈਂ ਬਾਤ। ਜਿੱਦਾਂ ਆਪਾਂ ਕੇਲੇ ਦਾ ਛਿਲੜ ਲਾਈ ਜਾਈਏ ਤਣੇ ਦਾ, ਹੋਰ ਥੱਲੇ ਹੋਰ ਥੱਲੇ ਹੋਰ। ਇਸੇ ਤਰ੍ਹਾਂ ਗੁਰੂ ਸਾਹਿਬ ਦਾ ਬਹੁਤ ਵੱਡਾ ਇਤਿਹਾਸ ਹੈ, ਜਿਹੜਾ ਕਿ ਸਾਲਾਂ ਦੇ ਹਿਸਾਬ ਨਾਲ ਵੀ ਮੁਕਾਇਆ ਨਹੀਂ ਜਾ ਸਕਦਾ। ਇਹਨਾਂ ਜਿੰਨਾ ਵੀ ਆਪਾਂ ਫਰੋਲੀ ਜਾਈਏ, ਸਿੱਖਿਆ ਆਪਾਂ ਇਹੀ ਲੈਣੀ ਹੈ ਕਿ ਸੱਚੀ ਸੁੱਚੀ ਕਿਰਤ ਕਰਨੀ ਹੈ, ਨਾਮ ਜਪਣਾ ਹੈ ਤੇ ਵੰਡ ਕੇ ਛਕਣਾ ਹੈ। ਤਾਂ ਜੋ ਸਾਡੇ ਗੁਰੂ ਸਾਹਿਬਾਨ ਜੀ ਨੇ ਸਾਨੂੰ
ਸਿੱਖੀ ਦਾ ਮਾਰਗ ਚਲਾਇਆ ਹੈ। ਇਹ ਸਾਡੇ 10 ਪਾਤਸ਼ਾਹੀਆਂ ਨੇ ਗੁਰੂ ਨਾਨਕ ਦੇਵ ਮਹਾਰਾਜ ਤੋਂ ਸ਼ੁਰੂ ਹੋਇਆ ਸੀ ਤੇ 1699 1756 ਬਿਕਰਮੀ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ 50 ਪਿਆਰਿਆਂ ਦੀ ਚੋਣ ਕੀਤੀ, ਉਹਨਾਂ ਨੂੰ ਅੰਮ੍ਰਿਤ ਪਾਨ ਕਰਾਇਆ। ਉਪਰੰਤ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਫਰਮਾਨ ਕੀਤਾ, ਵਹਿ ਪ੍ਰਗਟਿਓ ਮਰਦ ਅਗੰਬੜਾ ਮਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਕਹਿਣ ਤੋਂ ਭਾਵ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅੰਗਦ ਦੇਵ ਮਹਾਰਾਜ 10 ਪਾਤਸ਼ਾਹ 9 ਪਾਤਸ਼ਾਹੀਆਂ ਨੇ ਇਹ ਪੂਰਾ ਇਹ ਜੋ ਸਿੱਖ ਸਾਧਿਆਂ ਦੀ ਮਰਜ਼ਾਦਾ ਸੀ ਸਾਰੀ ਨਿਭਾਈ ਹੈ। ਤੇ ਗੁਰੂ ਸਾਹਿਬ ਜੀ ਨੇ, ਕਿਉਂਕਿ ਗੁਰੂ ਸਾਹਿਬ ਜੀ ਨੂੰ ਪਤਾ ਸੀ ਉਸ ਤੋਂ ਬਾਅਦ ਆਗਿਆ ਭਈ ਅਕਾਲ ਕੀ ਤभी ਚਲਾਇਓ ਪੰਥ, ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ। ਉਹਨਾਂ ਨੂੰ ਪਤਾ ਸੀ ਬਾਣੀ ਜਿਹੜੀ ਹੈ ਇਹ ਗੁਰੂ ਹੋਏਗੀ, ਇਸ ਤੋਂ ਬਾਅਦ ਕੋਈ ਦੇਹਧਾਰੀ ਗੁਰੂ ਨਹੀਂ ਹੋਏਗਾ। ਸੋ ਗੁਰੂ ਸਾਹਿਬ ਜੀ ਨੇ 50 ਪਿਆਰਿਆਂ ਦੀ ਚੋਣ ਕਰਤੀ, ਉਹਨਾਂ ਨੂੰ ਅੰਮ੍ਰਿਤ ਛਕਾਇਆ। ਉਪਰੰਤ ਗੁਰੂ ਸਾਹਿਬ ਜੀ ਨੇ ਆਪ ਅੰਮ੍ਰਿਤ ਪਾਨ ਕੀਤਾ, ਕਿਉਂਕਿ ਪਹਿਲਾਂ ਗੁਰੂ ਸਾਹਿਬ ਦਾ ਨਾਮ ਗੋਬਿੰਦ ਰਾਏ ਸੀ। ਅੰਮ੍ਰਿਤ ਛਕਣ ਤੋਂ ਬਾਅਦ ਹੀ ਗੋਬਿੰਦ ਸਿੰਘ ਸਾਹਿਬ ਦੇ ਨਾਲ ਪ੍ਰਸਿੱਧ ਹੋਏ ਸਨ। ਸੋ ਆਪਾਂ ਸਾਰਿਆਂ ਨੂੰ ਨਿਚੋੜ ਇਸੇ ਗੱਲ ਦਾ ਇਹੀ ਹੈ ਕਿ ਆਪਾਂ ਭਾਈ ਜਿਹੜੇ ਹਿੰਦੂ ਵੀਰ ਨੇ ਉਹ ਹਿੰਦੂ ਧਰਮ ਵਿੱਚ ਪਰਪੱਕ ਰਹਿਣ, ਜਿਹੜੇ ਮੁਸਲਮਾਨ ਨੇ ਉਹ ਆਪਣੇ ਭਾਈ ਆਪਣੇ ਧਰਮ ਵਿੱਚ ਇਸਲਾਮ ਵਿੱਚ ਪੱਕੇ ਰਹਿਣ। ਗੁਰੂ ਸਾਹਿਬ ਨੇ ਕਿਸੇ ਨਾਲ ਧੱਕਾ ਨਹੀਂ ਕੀਤਾ ਕਿ ਭਾਈ ਮੁਸਲਮਾਨ ਨੂੰ ਕਿਸੇ ਨੂੰ ਕਿਹਾ ਵੇ ਤੂੰ ਸਿੱਖ ਬਣ, ਨਹੀਂ, ਇਸ ਤਰ੍ਹਾਂ ਕਿਸੇ ਨੂੰ ਨਹੀਂ ਕਿਹਾ। ਹਾਂ ਉਹਨਾਂ ਨੂੰ ਕਿਹਾ ਵੇ ਤੁਸੀਂ ਜੇ ਮੁਸਲਮਾਨ ਆ ਉਹਦੇ ਵਾਸਤੇ ਜੋ ਬਾਣੀ 'ਚ ਲਿਖਿਆ ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ। ਕਹਿਣ ਤੋਂ ਭਾਵ ਮੁਸਲਮਾਨ ਜਿਹੜਾ ਉਹ ਮੋਮ ਵਰਗਾ ਹੋਣਾ ਚਾਹੀਦਾ, ਇੰਨਾ ਉਹਦੇ ਅੰਦਰ ਪਿਆਰ ਹੋਣਾ ਚਾਹੀਦਾ। ਹਿੰਦੂ ਵਾਸਤੇ ਵੀ ਲਿਖਿਆ ਹਿੰਦੂ ਕਿਵੇਂ ਦਾ ਹੋਣਾ ਚਾਹੀਦਾ। ਸੋ ਮੇਰਾ ਕਹਿਣ ਤੋਂ ਭਾਵ ਹੈ ਆਪਾਂ ਜਿਹੜੇ ਸਾਰੇ ਸਿੱਖ ਹਾਂ, ਜਿਸ ਤਰ੍ਹਾਂ ਮੇਰੀਆਂ ਭੈਣਾਂ ਇੱਥੇ ਬੈਠੀਆਂ ਹੋਈਆਂ, ਕੇਸਰੀਆਂ ਸਜਾਈਆਂ ਹੋਈਆਂ ਨੇ, ਦਸਤਾਰਾਂ ਵੀਰਾਂ ਨੇ ਸਜਾਈਆਂ ਨੇ, ਦਬਾਲੇ ਸਜਾਏ ਹੋਏ ਹਨ। ਸੋ ਸਾਰਿਆਂ ਸਿੱਖਾਂ ਨੂੰ ਆਪਾਂ ਇਹ ਚਾਹੀਦਾ ਹੈ ਕਿ ਆਪਾਂ ਭਾਈ ਗੁਰੂ ਵਾਲੇ ਬਣਨਾ ਹੈ। ਬਾਣੀ ਦਾ ਕਥਨ ਹੈ ਜੀ ਤੇ ਸਾਡੇ ਕੋਲ ਕਹਿਣ ਵਾਸਤੇ ਬੜਾ ਔਖਾ ਹੋ ਜਾਂਦਾ, ਗਿਆਨੀ ਜੀ ਇਹ ਗੱਲ ਤੁਸੀਂ ਕਿਵੇਂ ਕਹਿ ਦਿੱਤੀ ਹੈ। ਤੀਸਰੇ ਪਾਤਸ਼ਾਹ ਦਾ ਫਰਮਾਨ ਹੈ ਆਸਾ ਰਾਗ ਦੇ ਅੰਦਰ, ਸਤਿਗੁਰ ਬਾਝੋ ਗੁਰ ਦੀ ਕੋਈ ਨਿਗੁਰੇ ਕਾ ਹੈ ਨਾਉ ਗੁਰਾ। ਕਹਿਣ ਤੋਂ ਭਾਵ ਭੱਟਾਂ ਨੇ ਵੀ ਬਾਣੀ 'ਚ ਲਿਖ ਦਿੱਤਾ ਹੈ, ਗੁਰ ਬਿਨ ਘੂਰ ਆਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ, ਗੁਰੂ ਕਰ ਸੱਚ ਵਿਚਾਰ, ਗੁਰੂ ਕਰ ਦੇ ਮਨ ਮੇਰੇ। ਕਹਿਣ ਤੋਂ ਭਾਵ ਗੁਰੂ ਤੋਂ ਬਗੈਰ ਸਾਧ ਸੰਗਤ ਜੀ ਆਪਣੀ ਗਤੀ ਨਹੀਂ ਹੋਣੀ। ਜਿਹੜੇ ਆਪਾਂ ਸਿੱਖ ਹਾਂ ਸਾਨੂੰ ਚਾਹੀਦਾ ਕਿ ਸਾਡੇ ਨਾਮ ਦੇ ਨਾਲ ਕੌਰ ਜਾਂ ਸਿੰਘ ਲੱਗਿਆ ਹੋਇਆ ਹੈ। ਤਾਂ ਮੈਂ ਬੀਬੀਆਂ ਨੂੰ ਬੇਨਤੀ ਕਰਾਂਗਾ, ਜਦੋਂ ਗੁਰੂ ਘਰ ਵਿੱਚ ਆਉਣਾ ਨਾ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਸੂਟ ਪਹਿਨ ਕੇ ਆਇਆ ਕਰੋ। ਇਸੇ ਤਰ੍ਹਾਂ ਹੀ ਬੱਚਿਆਂ ਨੂੰ ਸਾਰਿਆਂ ਨੂੰ ਮੇਰੀ ਬੇਨਤੀ ਇਹ ਹੈ ਕਿ ਕੋਸ਼ਿਸ਼ ਕਰਿਆ ਗੁਰੂ ਘਰ ਦੇ ਨੂੰ ਆਉਣਾ ਹੈ ਕਮੀਜ਼ ਪਜਾਮੇ ਪਾ ਕੇ, ਜਾਂ ਆਪਣਾ ਇਸ ਤਰ੍ਹਾਂ ਦਾ ਆਪਣਾ ਪਹਿਰਾਵਾ ਹੋਣਾ ਚਾਹੀਦਾ ਹੈ ਕਿ ਆਪਾਂ ਸਾਰੇ ਪਿਆਰ ਨਾਲ ਬੈਠ ਸਕੀਏ। ਕਿ ਕਹਿਣ ਤੋਂ ਭਾਵ ਕੋਈ ਭੜਕੀਲਾਪਨ ਇਵੇਂ ਜਿਹਾ ਨਹੀਂ ਹੋਣਾ ਚਾਹੀਦਾ ਹੈ। ਸੋ ਕਹਿਣ ਤੋਂ ਭਾਵ ਗੁਰੂ ਵਾਲੇ ਬਣ ਕੇ ਹੀ ਆਪਣੀ ਸਾਰੀ ਗੱਲ ਬਣਨੀ ਹੈ। ਸੋ ਦਾਸ ਕੋਟਨ ਕੋਟ ਧੰਨਵਾਦ ਕਰਦਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਉਪਰੰਤ ਜੋ ਗੁਰੂ ਘਰ ਦੀ ਕਮੇਟੀ ਹੈ, ਮੈਨੂੰ ਸਾਰਿਆਂ ਦੇ ਨਾਮ ਤਾਂ ਨਹੀਂ ਪਤਾ, ਪਰ ਜਿਹੜੇ ਮੇਰੇ ਸਾਹਮਣੇ ਪਿਆਰ ਦੇ ਨਾਲ ਜਿਨ੍ਹਾਂ ਦੇ ਰਾਹੀਂ ਅਸੀਂ ਇੱਥੇ ਪਹੁੰਚੇ ਹਾਂ, ਪਿਆਰੇ ਵੀਰ ਭਾਈ ਇਕਬਾਲ ਸਿੰਘ ਜੀ, ਭਾਈ ਸ਼ੇਰ ਸਿੰਘ ਜੀ ਤੇ ਭਾਈ ਹਰਦੀਪ ਸਿੰਘ ਜੀ ਵਾਲੀਆ, ਜਿਨ੍ਹਾਂ ਨੂੰ ਪਿਆਰ ਦੇ ਨਾਲ ਕਹਿੰਦੇ ਹਾਂ। ਬਾਕੀ ਸਾਰੇ ਜੋ ਸੱਜਣਾਂ ਦਾ ਦਰਸ਼ਨ ਕਰਦਾ ਰਿਹਾ ਕਿ ਇਹਨਾਂ ਨੇ ਬੜੇ ਪਿਆਰ ਦੇ ਨਾਲ ਸਾਰਿਆਂ ਨੇ ਗੁਰੂ ਘਰ ਵਿਖੇ ਸੇਵਾ ਕੀਤੀ ਹੈ।